ਤੇ ਉਸ ਤੋਂ ਇਲਾਵਾ ਤੇ ਅੱਲਾ ਦਾ ਸ਼ੁਕਰ ਹੈ, ਕੋਈ ਬਿਮਾਰੀ ਹੋਵੇ ਨਾ ਪਤਾ ਲੱਗ ਜਾਂਦਾ ਹੈ, ਵੇਖ ਕੇ ਨਾ ਅੰਦਾਜ਼ਾ ਹੋ ਜਾਂਦਾ। ਇਸ ਅੱਖਾਂ ਦਾ ਵੀ ਇਲਾਜ ਹੈ ਇਹ ਲੀਫ ਲੋਕਸ ਤੇ ਜਿਹੜੇ ਮੈਂ ਕਤਰੇ ਦੱਸਦੇ ਨੇ ਨਾ, ਇਸ ਤੋਂ ਚੰਗਾ ਅੱਖਾਂ ਦਾ ਇਲਾਜ ਕੋਈ ਨਹੀਂ ਜੀ। ਉਂਝ ਹੋਰ ਬੜੇ ਨੇ, ਅੱਗੇ ਵੀ ਮੈਂ ਬੜੇ, ਲੇਕਿਨ ਇਹ ਵਾਲਾ ਬਿਹਤਰੀਨ ਜੇ। ਕਰ ਲਓ ਤੀਸਰਾ ਹਿੱਸਾ ਲੀਫ ਲੋਕਸ 250 mg ਦੀ ਦਿਓ, ਨਾਲ ਕਤਰੇ ਪਾਓ, 2 ਦਿਨਾਂ ਇੱਕ ਦਿਨ 'ਚ ਰਿਜ਼ਲਟ ਆ ਜਾਂਦਾ। ਫਿਰ ਵੀ 3 ਦਿਨ ਦਾ ਕੋਰਸ ਕਰ ਦਿਓ, ਸੈੱਟ ਹੋ ਜਾਂਦਾ ਕੰਮ। ਇਹ ਤਰਤੀਬ ਕੀ ਰੱਖਣੀ? ਪਹਿਲੇ ਇਹ ਤਰਤੀਬ ਤੇ ਸਮਝਾਓ ਨਾ। ਪਹਿਲੇ ਅਸੀਂ ਕਿਹੜਾ ਕੋਰਸ ਕਰਾਣਾ, ਫਿਰ ਅਸੀਂ ਕੈਂਕਰ ਦਾ ਲੀਫ ਲੋਕਸ ਦਾ ਕਰਾ ਪਹਿਲਾਂ ਕੈਂਕਰ ਲੀਫ ਲੋਕਸ ਜਾਂ ਐਨਰੋਸੀਮ ਕਰਾ ਦਿਓ। ਉਹ ਵੀ ਨਹੀਂ ਤਾਂ ਟਰਾਈਪਰਸਨ, ਕਦੀ ਉਹ ਇੱਕ ਹਫ਼ਤਾ ਉਹ ਕਰਾ ਦਿਓ, ਇੱਕ ਹਫ਼ਤਾ ਟਰਾਈਪਰਸਨ ਕਰਾ ਦਿਓ। ਨਾਲ ਆਪਣਾ ਮਲਟੀ ਵਾਈਟਾਮਿਨ ਵਗੈਰਾ, ਸੈਮੋਸਟ੍ਰੈਸ ਹੈਗਾ ਹੈ, ਟੈਲੋਫਰਸਨ ਹੈਗਾ ਹੈ, ਇਲੈਕਟ੍ਰੋਲਾਈਟ, ਇਹ ਨਾਲ ਥੋੜਾ ਥੋੜਾ ਇਹ ਵੀ ਵਿੱਚ ਪਾ ਲਵੋ। ਸੋਨੇ ਤੇ ਸੁਹਾਗਾ ਹੋ ਜਾਏਗਾ। ਇਹ ਤੁਸੀਂ ਮਹੀਨੇ ਚਲਾਉਂਦੇ ਰਹੋ ਤੇ ਬਿਮਾਰੀ ਆਉਂਦੀ ਨਹੀਂ, ਬਿਮਾਰੀ ਆਉਂਦੀ ਨਹੀਂ। ਇੱਕ ਮਹੀਨੇ ਤੁਸੀਂ ਇਹ ਚਲਾਈ, ਇਹਦੇ ਹੋ ਗਈ ਇhtiyat। ਹਾਂਜੀ। ਤੇ ਜੇ ਫੁੱਲ ਰੂਜ ਤੇ ਬਿਮਾਰੀ ਪੈ ਗਈ, ਜਿਹੜੇ ਬੰਦੇ ਫੁੱਲ ਰੂਜ ਤੇ ਯਾਰ ਬਿਮਾਰੀ ਪੈ ਜਾਵੇ ਨਾ, ਤੇ ਉਸ ਦਾ ਵੀ ਇਲਾਜ ਇਹੀ ਹੈ। ਸਭ ਤੋਂ ਪਹਿਲਾਂ ਤੇ ਐਂਟੀਬਾਇਓਟਿਕ ਦਾ ਕੰਮ ਹੁੰਦਾ ਹੈ ਗੁੱਡ ਤੇ ਬੈਡ ਬੈਕਟੀਰੀਆ ਦੋਵਾਂ ਨੂੰ ਮਾਰ ਦੇਣਾ। ਜਿੰਨੇ ਵੀ ਉਹਦੇ ਅੰਦਰ ਨੇ ਨਾ, ਗੁੱਡ ਤੇ ਬੈਡ, ਦੋਵੇਂ ਖਤਮ ਹੋ ਜਾਂਦੇ ਨੇ। ਜਿਵੇਂ ਆ ਲੀਫ ਲੋਕਸ ਦੀ ਗੋਲੀ ਦੇ ਦਿੱਤੀ, ਠੀਕ ਹੈ, ਐਂਟੀਬਾਇਓਟਿਕ ਮਰ ਗਿਆ। ਉਸ ਤੋਂ ਬਾਅਦ ਤੁਸੀਂ ਉਹ 'ਤੇ ਕੋਰਸ ਕਰਨਾ ਹੈ ਪੈਨਾਡੋਲ, ਜੈਟੀਪਾਰ, ਫਲੈਜਲ, ਕੋਲਿਕ। ਹਾਂ, ਇਹਨਾਂ ਕਤਰੇ ਹੁੰਦੇ ਨੇ। ਆਹੋ, ਇਹਨਾਂ ਦਾ 1-1 ਸੀਸੀ ਲੈ ਕੇ ਦਾਣੇ ਉੱਤੇ ਵੀ ਪਾਓ। ਦਾਣੇ ਤੋਂ ਬਾਅਦ ਜਿਹੜਾ ਪਾਣੀ ਦਿੰਦੇ ਉਹ 'ਚ ਵੀ ਪਿਆਓ। ਤੇ ਸੁਬਾਹ ਨੂੰ ਉਹੀ ਟਰਾਈਪਰਸਨ ਦੀ 1 ਸੀਸੀ ਪਾਣੀ, ਪਹਿਲੇ ਪਾਣੀ 'ਚ ਉਹ ਪਿਆ ਦਿਓ। ਬਾਅਦ ਵਾਲਾ ਇਹ ਦਾਣੇ ਦੇ ਉੱਤੇ ਪਾ ਕੇ ਕਰੋ। ਇੱਕ ਕਬੂਤਰ ਨਹੀਂ ਮਰੇਗਾ ਜੇ ਲਕਵਾ ਚੋਲਾ ਆ ਵੀ ਗਿਆ। ਤੇ ਜਿਹੜਾ ਕਬੂਤਰ ਨਹੀਂ ਖਾਣ ਜੋਗਾ, ਉਸ ਨੂੰ ਰਾਤ ਨੂੰ ਸਿਰਲੈਕ ਦੇ ਦਿਓ, ਤੇ ਨਾਲ ਦੀ ਕਾਰਮੀਨਾ ਦੀ 1 ਗੋਲੀ ਦੇ ਦਿਓ, ਭੁੱਖਾ ਨਾ ਰਹਿਣ ਦਿਓ। ਨਾਲ ਇਹ ਟਰੀਟਮੈਂਟ ਕਰੀ ਰੱਖੋ, ਉਹ ਵੀ ਕਬੂਤਰ ਠੀਕ ਹੋ ਜਾਏਗਾ। ਮਿਹਨਤ ਹੈ। ਜੇ ਅਗਰ ਤੁਹਾਡਾ ਕਬੂਤਰ ਬਿਮਾਰ, ਤੁਸੀਂ ਮਿਹਨਤ ਨਹੀਂ ਕਰੋਗੇ ਤੇ ਫਿਰ ਉਹ ਕਿਵੇਂ ਬਚੇਗਾ? ਫਿਰ ਉਹ ਮਰਦਾ ਹੀ ਜਾਏਗਾ। ਫਿਰ ਬਿਮਾਰੀ ਵੱਧਦੀ ਜਾਏਗੀ। ਉਹ ਤੇ ਫੌਰਨ ਇhtiyat ਕਰੋ। ਮੈਂ ਤੇ ਕੋਇਲੇ ਦਾ ਬੜਾ ਇਸਤੇਮਾਲ ਕਰਨਾ, ਦਾਣੇ ਚਾਰਕੋਲ ਦਾ। ਹਾਂ, ਬੜਾ ਇਸਤੇਮਾਲ ਕਰਨਾ ਵਾ। ਇਹਦਾ ਕੀ ਇਸਤੇਮਾਲ ਹੈ? ਇਹਦੇ ਨਾਲ ਵੀ ਅੰਦਰ ਸਾਫ਼ ਹੋ ਜਾਂਦਾ। ਅੰਦਰ ਦੀਆਂ ਜਿਹੜੀਆਂ ਆਂਤੜੀਆਂ ਦੇ ਅੰਦਰ ਜਿਹੜੀ ਕੋਈ ਜੰਮੇ ਹੁੰਦਾ ਨਾ, ਮਿੱਟੀ ਖਾਂਦੇ ਨੇ ਕੀੜੇ, ਸਭ ਗੈਸਾਂ ਮੈਸਾਂ ਸਾਰੇ ਸ਼ਹਿ ਕੱਢ ਦਿੰਦਾ ਕੋਲਾ। ਏਡੀ ਚੰਗੀ ਚੀਜ਼ ਹੈ, ਫਾਈਬਰ ਹੈ, ਠੀਕ ਹੈ। ਉਸ ਤੋਂ ਇਲਾਵਾ ਮੈਂ ਦਹੀਂ ਤੇ ਹਲਦੀ ਦਾ ਬੜਾ ਇਸਤੇਮਾਲ ਕਰਨਾ ਵਾ, ਦਾਣੇ ਦੇ ਵਿੱਚ ਹੀ ਮਿਕਸ ਕਰਕੇ। ਇਹ ਸਾਰੀਆਂ ਚੀਜ਼ਾਂ ਦਾਣੇ 'ਚ ਮਿਕਸ ਕਰ ਦਾਣੇ ਦੇ ਵਿੱਚ ਮਿਕਸ ਕਰਕੇ। ਹੁਣ ਤੇ ਯਾਰ ਬਾਹਰ ਦੀਆਂ ਬੜੀਆਂ ਪ੍ਰੋਡਕਟਸ ਆ ਗਈਆਂ ਨੇ। ਤੁਸੀਂ ਸਾਨੂੰ ਬਾਹਰ ਨਾ ਭੇਜੋ, ਇੱਧਰ ਹੀ ਰੱਖੋ। ਮੇਰੇ ਕਹਿੰਦੇ ਮੈਂ ਮਾੜੇ ਬੰਦਿਆਂ ਦਾ ਹੀ ਆ, ਤੇ ਇਹ ਚੀਜ਼ਾਂ ਦੇ ਨਾਲ ਹੀ ਜਿਹੜਾ ਨਾ ਬੜਾ ਫਾਇਦਾ ਹੋ ਜਾਂਦਾ। ਚਾਰਕੋਲ ਦੇਣਾ, ਕੋਲਾ ਦੇਣਾ, ਕੋਲਾ ਕੁੱਟ ਕੇ ਨਾ ਪਾਊਡਰ ਕਰ ਲਓ। ਕਿੰਨੀ ਕੁ ਤਾਦਾਦ ਹੋਣੀ ਚਾਹੀਦੀ? 1 ਚਮਚ ਪਾ ਲਓ, ਜਿੰਨਾ ਦਾਣਾ ਪਾਉਂਦੇ ਹੋ। ਉਹਦੇ ਵਿੱਚ ਮਿਕਸ ਕਰਕੇ ਤੇ ਕਬੂਤਰਾਂ ਨੂੰ ਦੇ ਦਿਓ। ਬੇਸ਼ੱਕ ਵਿੱਚ ਨਾਲ ਦਹੀਂ ਤੇ ਹਲਦੀ ਵੀ ਇਕੱਠੀ ਕਰ ਦਿਓ, ਮਿਕਸ ਕਰਕੇ ਕਬੂਤਰਾਂ ਨੂੰ ਖਵਾਓ। 2-3 ਦਿਨ ਖਵਾਓ, ਤੁਹਾਡੇ ਕਬੂਤਰ ਦੱਸਣਗੇ ਯਾਰ ਅਸੀਂ ਕੋਈ ਖਾਂਦੇ। ਇੰਝ ਗੋਲ ਪੱਕੀਆਂ ਖੁਸ਼ਕ ਵਿਠਾਂ, ਜਿੱਥੇ ਬਹਿਣ ਦੇ ਢੇਰ ਲੱਗਾ ਹੋਏਗਾ। ਲੋਕੀ ਜਿਹੜੀਆਂ ਮਹਿੰਗੀਆਂ ਪ੍ਰੋਡਕਟ ਇਹਨਾਂ ਵਾਸਤੇ ਇਸਤੇਮਾਲ ਕਰਨੇ ਅਸੀਂ, ਬਾਹਰੋਂ ਪੁੱਜਣ ਦੀ ਗੱਲ ਹੈ ਨਾ। ਜਿਸ ਬੰਦੇ ਨੂੰ ਜਿੰਨਾ ਪਾਏ ਉਹਨੂੰ ਉਹੋ ਜਿਹਾ ਦੱਸ ਦਿੱਤਾ ਬਈ ਤੂੰ ਲਾਇਆ। ਨਹੀਂ ਤੇ ਵਰਸਾ ਲਗਾ ਦਾ ਡਾਈਜੈਸਟ ਪਾਊਡਰ ਹੈ, ਬਹੁਤ ਚੰਗਾ ਹੈ ਐਸੇ ਕੰਮ ਵਾਸਤੇ। ਫਲੋਰਾ, ਇਹ ਬੜੀਆਂ ਚੰਗੀਆਂ ਪ੍ਰੋਡਕਟ। ਅੱਛਾ, ਹੁਣ ਨਾ ਉਹਨਾਂ ਚੀਜ਼ਾਂ 'ਚ ਵੀ ਇਹ ਚੀਜ਼ਾਂ ਨੇ, ਇਹ ਹੀ ਚੀਜ਼ਾਂ ਉਹਨਾਂ ਨੇ। ਹੋਰ ਗੋਰਿਆਂ ਨੇ ਕਿਹੜੀ ਕੋ ਆਪਣਾ ਉੱਤੋਂ ਕੋਈ ਚੀਜ਼ ਲਿਆ ਕੇ ਪਾਈ ਹੋਣੀ ਹੈ। ਇਹਨਾਂ ਚੀਜ਼ਾਂ ਦੀ ਹਰਬਲ, ਕਿਸੇ ਮੇਥੀ ਦਾਣਾ, ਕਿਸੇ ਕੀ ਸ਼ਾਇਦ ਆਈਡੀਅਲ ਪਿਲਸ ਦੇ ਵਿੱਚ ਹੈ ਮੇਥੀ ਦਾਣਾ ਹੈ। 50% ਮੇਥੀ ਦਾਣਾ ਹੈ, ਤੇ ਨਿਆਜ਼ਬੋ ਹੈ। ਨਿਆਜ਼ਬੋ, ਹਾਂ, ਉਹਦੀ ਬਣਦੀ ਹੈ। ਸਹੀ ਗੱਲ। ਅੱਛਾ, ਪਰਖ ਦੇ ਵਿੱਚ ਹੁਣ ਗੱਲ ਆਈ ਤੇ ਪਰਖ ਜੇਠੀਏ ਕਬੂਤਰਾਂ 'ਚ ਫਰਕ ਹੈ ਤੇ ਇਹ ਪਿਆਰਿਆਂ ਵਾਲੇ ਕਬੂਤਰਾਂ 'ਚ ਫਰਕ ਹੈ, ਜਿਵੇਂ ਅਸੂ ਵਿਸਾਖਾ। ਫਰਕ। ਅੱਛਾ, ਫਰਕ ਕੱਢਾਂਗੇ ਕਿਵੇਂ? ਵੰਡ ਕਿਵੇਂ ਕੱਢਾਂਗੇ? ਅੱਜ ਤੱਕ ਲੋਕਾਂ ਨੂੰ ਇਹ ਨਹੀਂ ਸਮਝ ਆਈ। ਭਾਈ ਜੀ, ਵੰਡ ਬੜੀ ਸੌਖੀ ਹੈ, ਠੀਕ ਹੈ। ਇਹ ਵੈਸੇ ਦੱਸਣ ਵਾਲੀਆਂ ਗੱਲਾਂ ਤਾਂ ਸ਼ਾਗਿਰਦਾਂ ਨੂੰ ਹੈ, ਲੇਕਿਨ ਤੁਹਾਨੂੰ ਵੀ ਦੱਸ ਦਿੰਦਾ ਵਾ। ਜੇਠੀ ਕਬੂਤਰ ਦਾ ਪੱਲਾ ਤੇ ਵਿਸਾਖ ਵਾਲੇ ਕਬੂਤਰ ਤੇ ਅੱਸੂ ਵਾਲੇ ਕਬੂਤਰ ਦਾ ਪੱਲੇ ਦਾ ਫਰਕ ਹੁੰਦਾ ਹੈ। ਹੱਡੀਆਂ ਜੋੜ ਤਕਰੀਬਨ ਸੇਮ ਹੁੰਦੇ ਨੇ, ਨਸਲਾਂ ਵੀ ਤਕਰੀਬਨ ਸੇਮ ਹੀ ਹੁੰਦੀਆਂ, ਲੇਕਿਨ ਜਿਹੜੇ ਪੱਲਿਆਂ ਦਾ ਉਹ ਫਰਕ ਹੁੰਦਾ। ਥੋੜੀ ਲੈਂਥ ਦਾ ਵੀ ਫਰਕ ਹੁੰਦਾ ਹੈ, ਠੀਕ ਹੈ। ਚੜਾਈ ਦਾ ਵੀ ਫਰਕ ਹੁੰਦਾ ਹੈ, ਉਹਦੇ ਕਲਰ ਦਾ ਵੀ ਫਰਕ ਹੁੰਦਾ ਹੈ। ਤੀਲੀ ਦੇ ਕਲਰ ਦਾ ਬੜਾ ਡਿਪੈਂਡ ਕਰਦਾ ਹੈ ਜੀ। ਜਿਹੜੇ ਜੇਠੀ ਕਬੂਤਰ ਹੈ ਉਸਦੀ ਤੀਲੀ ਕਰੀਮ ਕਲਰ ਦੀ ਹੈ, ਪਲਾਹਟ ਮਾਰੇਗੀ। ਅਸੂ ਵਿਸਾਖ ਵਾਲੇ ਦੀ ਚਿੱਟੀ ਹੋਏਗੀ। ਜੇਠੀ ਕਬੂਤਰ ਦਾ ਪੱਲਾ ਅੱਗੋਂ ਥੋੜਾ ਜਿਹਾ ਡਾਊਨ ਹੋਏਗਾ, ਕਿਉਂਕਿ 12-14 ਘੰਟੇ ਉੱਡ ਕੇ ਵੀ ਉਹਦਾ ਪੱਲਾ ਸਿੱਧਾ ਹੋਏਗਾ ਮਸਾਂ ਹੀ। ਤੇ ਜਿਹੜਾ ਅਸੂ ਵਿਸਾਖ ਵਾਲਾ ਉਹਦਾ ਸਿੱਧਾ ਹੀ ਹੋਏਗਾ, ਉਹਦਾ ਉੱਠ ਵੀ ਜਾਏਗਾ ਤੇ ਉਹਨੂੰ ਪਤਾ ਹੈ ਠੰਡ ਹੈ, ਸ਼ਾਮ ਕਰਕੇ ਬਹਿ ਹੀ ਜਾਣਾ।
ਤੇ ਦੂਸਰਾ ਫਰਕ ਚੜਾਈ ਹੁੰਦਾ ਕੀ ਹੈ। ਫਰਕ ਹੋਏਗੀ, ਲੈਂਥ ਦੀ ਪਰ ਕੀ ਤੇ ਫਰਕ? ਪਰ ਦੀ ਚੜਾਈ, ਪਰਾਂ ਦੀ ਕਰਵ, ਇਹ ਚੀਜ਼ਾਂ ਵੇਖਣ ਵਾਲੀਆਂ ਨੇ। ਕਿਹੜੇ ਪਰ, ਪਹਿਲੇ 4 ਪਰਾਂ ਦੀ ਚੌੜਾਈ ਕਿੰਨੀ ਹੈ, ਬੜੀਆਂ ਚੀਜ਼ਾਂ ਇਹਨਾਂ ਵਿੱਚ ਛੁਪੀਆਂ ਨੇ। ਅੱਜ ਡਿਟੇਲ ਖੋਲ ਕੇ ਦੱਸੋ ਹਾਂ ਜ਼ਰਾ। ਪਹਿਲੇ 4 ਪਰ ਚੌੜੇ ਹੋਣ, ਪਹਿਲੀਆਂ ਸਟਾਰਟ